परम सत्कारयोग सतगुरां दी सजी और नवाजी हुई साध संगत जीओ, आप माई भाई तनता दे योग हों। जिन्हां नूं सतगुरु जी के चरणों दे विच बैठण दे सुभाग समय प्राप्त होए आ, जो इतिहास सरवण करते आ रहे हैं। माता गुजर कौर दे अखियां दे तारे गुरु तेग बहादुर महाराज जी दे पुत्र पुत्रां दे दानी नीले दे साथ सवार आनंदपुर दे वासी पटने दे माही धन धन साहिब श्री गुरु गोबिंद सिंह महाराज जी, जिन्हां दा 5 तरीक नूं आपां अवतार दिहाड़ा मनाउण जा रहे हैं। भावें पोह सुदी सत्यों 9 तरीक की बनती आ, पर 5 तरीक नूं आपां श्री अखंड पाठ साहब जी के भोग पावांगे ते अज आरंभ हो जाने ने अखंड पाठ साहब महाराज जी के अवतार दिहाड़े के संबंध विच। तां गुरमुख प्यारिओ, उस गुरु कलगीधर पातशाह गुरु गोबिंद सिंह महाराज जी का इतिहास आपां विचारते आ रहे हैं। सतगुरु कलगीधर पातशाह गुरु गोबिंद सिंह महाराज जी नंदेड़ की धरती वल नूं जा रहे ने, हजूर साहब वल नूं। आओ अगे इतिहास बहादुर शाह ने सहायता मंगनी। ये बहादुर शाह कौन? ये औरंगजेब का पुत्र सी। इन्हें सहायता कितों मंगी आ? कलगीधर पातशाह गुरु गोबिंद सिंह महाराज जी तो कादी सहायता मंगी आ? आओ करो इतिहास सरवण अगे। 2 मार्च सन 1707 ईस्वी नूं जद औरंगजेब मर गया तो उसका छोटा पुत्र तारा आजम, जिसका असल नाम आजम शाह सी, उसने दिल्ली के तख्त ते बैठण का ऐलान कर दिता भी अगला बादशाह मैं होवांगा। क्योंकि औरंगजेब की गैर हाज़री विच पिछे यही कारोबार का मुख्तियार सी, यही कारोबार समझदा सी। इदा बड़ा भाई मुहम्मद आजम जो पिछों बहादुर शाह अखवाया, जदों यह बलक बुखारे गया होया सी तद इसनूं अपने पिता औरंगजेब की सख्त बीमारी का पता लग गया, तो यह दिल्ली नूं वापस मुड़ पिया। रास्ते विच जद इसनूं पता लगा कि औरंगजेब मर गया अते तारा आजम ने तख्त ते बैठण का ऐलान कर दिता है, तो वह बड़ा घबराया। बहादुर शाह ने अपने अहलकारां नाल सलाह की कि उसनूं हुण ही की करना चाहिए है। इस समय शाही खजाना तो सब तारा आजम के हाथ विच है। जिन्नी धन दौलत माया सब कुछ
ਇਹ ਤਾਂ ਤਾਰਾ ਜਹਾਨ ਦੇ ਹੱਥ ਵਿੱਚ ਹੈ। ਜੇ ਮੈਂ ਉਸਦੇ ਹੱਥ ਆ ਗਿਆ ਤਾਂ ਉਹਨੇ ਮੈਨੂੰ ਫੜ ਕੇ ਮਰਵਾ ਦੇਵੇਗਾ ਜਾਂ ਕੈਦ ਕਰਵਾ ਦੇਵੇਗਾ। ਉਹਦਾ ਟਾਕਰਾ ਕਰਨਾ ਬੜਾ ਔਖਾ ਹੈ। ਉਸ ਦੀ ਦੀਨ ਦਸ਼ਾ ਨੂੰ ਵੇਖ ਕੇ ਭਾਈ ਨੰਦ ਲਾਲ ਨੇ ਕਿਹਾ, ਆਲੀ ਜਾ, ਇਸ ਵੇਲੇ ਇੱਕ ਗੁਰੂ ਸਾਹਿਬ ਹੀ ਹਨ ਜਿਹੜੇ ਤੇਰੀ ਸਹਾਇਤਾ ਕਰ ਸਕਦੇ ਨੇ, ਉਹੀ ਨੇ, ਇੱਕ ਹੋਰ ਨਹੀਂ ਤੇਰੀ ਕੋਈ ਸਹਾਇਤਾ ਕਰ ਸਕਦਾ। ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹੀ ਤੇਰੀ ਸਹਾਇਤਾ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਤਾਂ ਗੁਰਮੁਖ ਪਿਆਰਿਓ, ਕਹਿੰਦੇ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ, ਉਹ ਕਿਰਪਾ ਕਰਕੇ ਤੁਹਾਡੀ ਸਹਾਇਤਾ ਕਰਨੀ ਪ੍ਰਵਾਨ ਕਰ ਲੈਣਗੇ। ਤਾਂ ਫਿਰ ਤੁਸੀਂ ਦਿੱਲੀ ਦਾ ਤਖਤ ਵੀ ਲੈ ਸਕਦੇ ਹੋ। ਬਹਾਦਰ ਸ਼ਾਹ ਨੇ ਨੰਦ ਲਾਲ ਦੀ ਇਹ ਗੱਲ ਸੁਣ ਕੇ ਆਖਿਆ, ਮੁਨਸ਼ੀ ਸਾਹਿਬ, ਇਹ ਕੰਮ ਤੁਹਾਡੇ ਤੋਂ ਬਿਨਾ ਕੋਈ ਹੋਰ ਨਹੀਂ ਕਰ ਸਕਦਾ। ਤੁਸੀਂ ਗੁਰੂ ਜੀ ਪਾਸ ਜਾਓ ਤੇ ਮੇਰੀ ਸਹਾਇਤਾ ਵਾਸਤੇ ਬੇਨਤੀ ਕਰੋ। ਇਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਸੀ। ਬਹਾਦਰ ਸ਼ਾਹ ਦੀ ਇੱਛਾ ਅਨੁਸਾਰ ਭਾਈ ਨੰਦ ਲਾਲ ਜੀ ਇੱਕ ਸਿੱਖ ਹਾਕਮ ਰਾਏ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਬੰਗੌਰ ਜਾ ਪਹੁੰਚੇ। ਗੁਰੂ ਜੀ ਨੂੰ ਸਾਰੀ ਗੱਲ ਸੁਣਾ ਕੇ ਬੇਨਤੀ ਕੀਤੀ ਕਿ ਬਹਾਦਰ ਸ਼ਾਹ ਆਪ ਜੀ ਦੀ ਸ਼ਰਨ ਆਇਆ ਹੈ, ਕਿਰਪਾ ਕਰਕੇ ਉਹਦੀ ਸਹਾਇਤਾ ਕਰੋ ਅਤੇ ਉਹਦੇ ਦੁਸ਼ਮਣ ਭਾਈ ਤੋਂ ਉਸ ਨੂੰ ਬਚਾ ਲਵੋ। ਉਹਦਾ ਭਾਈ ਹੀ ਦੁਸ਼ਮਣ ਬਣ ਗਿਆ। ਔਰੰਗਜ਼ੇਬ ਮਰ ਗਿਆ। ਸਤਿਗੁਰੂ ਜੀ ਨੇ ਜ਼ਫਰਨਾਮਾ ਲਿਖਿਆ ਜਿਹੜਾ, ਉਹ ਪੜ੍ਹ ਕੇ ਮਰਿਆ ਤੇ ਉਹਦੇ ਪੁੱਤਰਾਂ ਦੇ ਵਿੱਚ ਰੌਲਾ ਪੈ ਗਿਆ ਤੇ ਹੁਣ ਤੁਸੀਂ ਉਹਨਾਂ ਦੀ ਸਹਾਇਤਾ ਕਰੋ। ਬਹਾਦਰ ਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਤਾਂ ਗੁਰਮੁਖ ਪਿਆਰਿਓ, ਗੁਰੂ ਜੀ ਨੂੰ ਸਾਰੀ ਗੱਲ ਸੁਣਾ ਕੇ ਬੇਨਤੀ ਕੀਤੀ ਕਿ ਬਹਾਦਰ ਸ਼ਾਹ ਆਪ ਜੀ ਦੀ ਸ਼ਰਨ ਆਇਆ ਹੈ, ਕਿਰਪਾ ਕਰਕੇ ਉਹਦੀ ਸਹਾਇਤਾ ਕਰੋ ਤੇ ਉਹਦੇ ਦੁਸ਼ਮਣ ਭਾਈ ਤੋਂ ਉਸ ਨੂੰ ਬਚਾ ਲਵੋ। ਗੁਰੂ ਜੀ ਨੇ ਸਾਰੀ ਗੱਲ ਵਿਚਾਰ ਕੇ ਕਿਹਾ, ਅਸੀਂ ਦਿੱਲੀ ਦੀ ਪਾਤਸ਼ਾਹੀ ਉਸ ਨੂੰ ਦਵਾ ਦੇਵਾਂਗੇ। ਮਹਾਰਾਜ ਜੀ ਕਹਿੰਦੇ ਦਿੱਲੀ ਦੀ ਪਾਤਸ਼ਾਹੀ ਉਸ ਨੂੰ ਦਵਾ ਦੇਵਾਂਗੇ ਜੇਕਰ ਉਹ ਸਾਡੀ ਇੱਕ ਗੱਲ ਮੰਨ ਲਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਨੂੰ ਦਿੱਲੀ ਦਾ ਬਾਦਸ਼ਾਹ ਬਣਾ ਦੇਵਾਂਗੇ ਜੇਕਰ ਸਾਡੀ ਇੱਕ ਗੱਲ ਮੰਨ ਲਏ। ਉਹ ਗੱਲ ਕਿਹੜੀ ਸੀ? ਗੁਰੂ ਜੀ ਦਾ ਇਹ ਬਚਨ ਸੁਣ ਕੇ ਭਾਈ ਨੰਦ ਲਾਲ ਤੇ ਹਾਕਮ ਰਾਏ ਬਹਾਦਰ ਸ਼ਾਹ ਪਾਸ ਵਾਪਸ ਚਲੇ ਗਏ ਅਤੇ ਵਾਪਸ ਜਾ ਕੇ ਉਸ ਨੂੰ ਦੱਸਿਆ ਕਿ ਗੁਰੂ ਜੀ ਤੁਹਾਡੀ ਹਰ ਤਰ੍ਹਾਂ ਦੀ ਨਾਲ ਮਦਦ ਕਰਨ ਨੂੰ ਤਿਆਰ ਹਨ, ਪਰ ਜੇ ਤੁਸੀਂ ਉਹਨਾਂ ਦੀ ਇੱਕ ਗੱਲ ਮੰਨ ਲਵੋ ਤੇ ਲਿਖ ਕੇ ਦੇ ਦਿਓ ਕਿ ਜੇਕਰ ਗੁਰੂ ਜੀ ਮੇਰੀ ਮਦਦ ਕਰਕੇ ਦਿੱਲੀ ਦਾ ਤਖਤ ਲੈ ਦੇਣ ਮੈਨੂੰ, ਤਾਂ ਮੈਂ ਗੁਰੂ ਜੀ ਦਾ ਇੱਕ ਸਵਾਲ ਜੋ ਉਹ ਆਖਣਗੇ ਉਹ ਮੰਨ ਲਵਾਂਗਾ। ਇੱਕ ਕੀ ਮੈਂ ਤਾਂ ਕਈ ਮੰਨ ਲਵਾਂਗਾ। ਜਦੋਂ ਬੰਦਾ ਫਸਿਆ ਹੁੰਦਾ ਨਾ, ਉਦੋਂ ਫਿਰ ਜਦੋਂ ਬੰਦਾ ਫਸਿਆ ਹੁੰਦਾ ਉਦੋਂ ਫਿਰ ਜੋ ਮਰਜ਼ੀ ਕਰਾ ਲਓ ਕਰ ਦੇਗਾ। ਜੇ ਕਹੋਗੇ ਨਾ ਵੀ ਫਲਾਣੇ ਦਾ ਕਤਲ ਕਰ ਦਿਓ,
ਉਹ ਵੀ ਕਰ ਦੇਣਾ। ਹੁਣ ਵੋਟਾਂ ਆ ਰਹੀਆਂ ਨੇ ਨਾ, ਧਿਆਨ ਰੱਖਿਓ ਸਾਰੇ। ਵੋਟਾਂ ਆ ਰਹੀਆਂ ਨੇ, ਹੱਥ ਜੋੜਨਗੇ ਆ ਕੇ, ਮਿੰਨਤਾਂ ਤਰਲੇ ਕਰਨਗੇ। ਜੋ ਤੁਸੀਂ ਕਹੋਗੇ ਜੀ ਆਹ ਕਰਨਾ ਜੀ, ਆਹ ਕਰਨਾ, ਉਹ ਕਰਨਾ, ਉਹ ਕਹਿਣਗੇ ਕੋਈ ਨਹੀਂ, ਸਭ ਕੁਝ ਕਰ ਦਿਆਂਗੇ। ਜੋ ਤੁਸੀਂ ਕਹੋਗੇ ਉਹੀ ਕਰ ਦਿਆਂਗੇ, ਪਰ ਵੋਟਾਂ ਸਾਨੂੰ ਪਾ ਦਿਓ। ਭੁਲੋ ਭੁਲਾ ਕੇ ਤੁਹਾਨੂੰ ਵੋਟਾਂ ਪਾ ਕੇ ਲੈ ਜਾਣੀਆਂ ਨੇ, ਕਰਨਾ ਕਰਾਉਣਾ ਕੱਖ ਨਹੀਂ। ਆਖੋ ਸਤਨਾਮ। ਕੁਝ ਨਹੀਂ ਕਰਨਾ, ਮੌਕੇ ਹੁੰਦਾ ਬਸ। ਤੁਹਾਡਾ ਕੀ ਖਿਆਲ ਹੈ ਵੀ ਜਿਹੜਾ ਮੋਦੀ ਨੇ ਕਾਨੂੰਨ ਜੇ ਵਾਪਸ ਕਰੇ ਨੇ, ਸੁੱਖ ਸ਼ਾਂਤੀ ਨਾਲੇ ਕਰੇ ਨੇ? ਉਹਨੂੰ ਪਤਾ ਵੀ ਵੋਟਾਂ ਅੱਗੇ ਆ ਰਹੀਆਂ ਨੇ, ਵੀ ਇਹਨਾਂ ਨੂੰ ਟਾਲ ਦੀ ਇੱਕ ਵਾਰੀ, ਦੁਬਾਰਾ ਫੇਰ ਦੇਖਾਂਗੇ। ਵਿੱਚ ਤਾਂ ਕਈ ਵਾਰ ਬਿਆਨ ਵੀ ਦੇਈ ਜਾਂਦੇ ਨੇ ਤੁਮਰ ਵਰਗੇ। ਤਾਂ ਗੁਰਮੁਖ ਪਿਆਰਿਓ, ਸਭ ਆਪਣੇ ਮਤਵਲੀ ਨੇ। ਇਹਨਾਂ ਨੂੰ ਹੁਣ ਆਪਣਾ ਮਤਵਲ ਸੀ ਨਾ, ਦੇਖਿਆ ਵੀ ਹੁਣ ਕੰਮ ਖਰਾਬ ਹੁੰਦਾ, ਸਾਡਾ ਰਾਜ ਭਾਗ ਜਾਣਾ, ਤਾਂ ਉਹਨਾਂ ਨੇ ਟਾਲ ਤਾਂ ਕਹਿੰਦੇ ਜਾਓ, ਵਾਪਸ ਕਰ ਦਿੱਤੇ। ਰਹੋ ਵਿਚਾਰ। ਬਹਾਦਰ ਸ਼ਾਹ ਕਹਿੰਦਾ ਜੀ ਇੱਕ ਕੰਮ ਕਿ ਜਿੰਨੇ ਤੁਸੀਂ ਕਹੋਗੇ ਉਨੀ ਕਰ ਦਿਆਂਗਾ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਨੂੰ ਆਖਿਆ, ਮੈਂ ਗੁਰੂ ਜੀ ਦਾ ਇੱਕ ਸਵਾਲ ਜਿਵੇਂ ਕਹਿਣਗੇ ਮੰਨ ਲਵਾਂਗਾ, ਪਰ ਮੇਰੇ ਪਾਸ ਨਾ ਤਾਂ ਬਹੁਤ ਫੌਜ ਹੈ ਤੇ ਨਾ ਹੀ ਖਰਚਾ ਕਰਨ ਨੂੰ ਖਜ਼ਾਨਾ ਹੈ। ਇਸ ਵਾਸਤੇ ਮੈਂ ਤਾਰਾ ਆਜ਼ਮ ਨੂੰ ਜਿੱਤ ਕੇ ਦਿੱਲੀ ਦਾ ਤਖਤ ਕਿਸ ਤਰ੍ਹਾਂ ਲੈ ਸਕਦਾ। ਭਾਈ ਸੀ ਦੋਨੇ ਇਹ, ਔਰੰਗਜ਼ੇਬ ਦੇ ਪੁੱਤਰ। ਇਹਨਾਂ 'ਚ ਰੌਲਾ ਪੈ ਗਿਆ ਸੀ। ਤਾਰਾ ਆਜ਼ਮ, ਉਹਦੇ ਕੋਲ ਖਜ਼ਾਨਾ ਵੀ ਉਹਦੇ ਕੋਲ ਆ ਗਿਆ, ਫੌਜ ਵੀ ਉਹਦੇ ਕੋਲ ਆ ਗਈ ਸਾਰੀ ਔਰੰਗਜ਼ੇਬ ਵਾਲੀ। ਇਹ ਹੁਣ ਵਿਚਾਰਾ ਕਹਿਣ ਲੱਗਾ, ਬਹਾਦਰ ਸ਼ਾਹ ਕਹਿੰਦਾ ਵੀ ਨਾ ਮੇਰੇ ਕੋਲ ਕੋਈ ਖਜ਼ਾਨਾ ਹੈ ਬਹੁਤਾ, ਤੇ ਨਾ ਮੇਰੇ ਕੋਲ ਫੌਜ ਹੈ, ਕਿਸ ਤਰ੍ਹਾਂ ਜਿੱਤ ਲਵਾਂਗਾ। ਜਦ ਇਹ ਗੱਲ ਭਾਈ ਨੰਦ ਲਾਲ ਨੇ ਗੁਰੂ ਜੀ ਨੂੰ ਜਾ ਕੇ ਦੱਸੀ ਨਾ, ਤਾਂ ਉਹਨਾਂ ਫਰਮਾਇਆ, ਬਹਾਦਰ ਸ਼ਾਹ ਨੂੰ ਆਖੋ ਕਿ ਧੀਰਜ ਰੱਖੇ ਅਤੇ ਤਕੜਾ ਹੋ ਕੇ ਯੁੱਧ ਕਰਨ ਦੀ ਤਿਆਰੀ ਕਰੇ। ਜਦ ਤਾਰਾ ਆਜ਼ਮ ਨੂੰ ਅਸੀਂ ਮਾਰਾਂਗੇ ਤਾਂ ਪਿੱਛੋਂ ਵਜ਼ੀਰ, ਅਮੀਰ, ਬਹਾਦਰ ਸ਼ਾਹ ਦੀ ਤਿਆਰੀ ਕਰੋ। ਬਹਾਦਰ ਸ਼ਾਹ ਨੂੰ ਆ ਕੇ ਮਿਲਣਗੇ ਤੇ ਤਖਤ ਉੱਤੇ ਬਿਠਾ ਲਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤਖਤ ਦੇ ਉੱਤੇ ਅਸੀਂ ਬਿਠਾਵਾਂਗੇ ਬਹਾਦਰ ਸ਼ਾਹ। ਬਹਾਦਰ ਸ਼ਾਹ ਨੂੰ ਆਖੋ ਕਿ ਜਿਤਨੀ ਹੋ ਸਕੇ ਉਤਨੀ ਹੀ ਫੌਜ ਇਕੱਠੀ ਕਰੇ, ਕਿਉਂਕਿ ਯੁੱਧ ਤੋਂ ਬਿਨਾਂ ਉਸ ਨੂੰ ਰਾਜ ਪ੍ਰਾਪਤ ਨਹੀਂ ਹੋ ਸਕਦਾ। ਇਹ ਸਭ ਕੁਝ ਸਮਝਾ ਕੇ ਭਾਈ ਨੰਦ ਲਾਲ ਜੀ ਨੇ ਗੁਰੂ ਜੀ ਵੱਲੋਂ ਬਹਾਦਰ ਸ਼ਾਹ ਨੂੰ ਧੀਰਜ ਦਿੱਤੀ ਤੇ ਕਿਹਾ ਕਿ ਤੁਹਾਡਾ ਕੰਮ ਕੇਵਲ ਯੁੱਧ ਭੂਮੀ ਵਿੱਚ ਖੜੇ ਹੋਣਾ ਹੈ। ਬਾਤੂ ਜੀ ਨੇ ਇਕੱਲਾ ਖੜੇ ਹੋਣਾ, ਹੋਰ ਨਹੀਂ ਕੁਝ ਕਰਨਾ। ਜਿੱਤ ਹਾਰ ਦਾ ਭਾਰ ਤਾਂ ਸਾਰਾ ਗੁਰੂ ਜੀ ਉੱਤੇ ਹੈ। ਧੀਰਜ ਨਾਲ ਨਿਰਭੈ ਹੋ ਕੇ ਤਾਰਾ ਆਜ਼ਮ ਦਾ ਟੱਕਰਾ ਕਰਾਂਗੇ ਤਾਂ ਨੀਚੇ ਹੀ ਤੁਹਾਨੂੰ ਬਾਦਸ਼ਾਹੀ ਮਿਲ ਜਾਏਗੀ। ਪਰ ਜੇ ਭੱਜੋਗੇ, ਤਾਰਾ ਆਜ਼ਮ ਨਾਲ ਮੇਲ ਕਰੋਗੇ, ਤਾਂ ਫਿਰ ਤੁਹਾਡੇ ਨਾਲ ਉਹੀ ਗੱਲ ਹੋਵੇਗੀ ਜਿਹੜੇ ਤੁਹਾਡੇ ਪਿਤਾ ਨੇ ਆਪਣੇ ਭਰਾ ਨਾਲ ਕੀਤੀ ਸੀ। ਜੇ ਗੁਰੂ ਦੇ ਬਚਨਾਂ ਤੋਂ ਭੱਜੋਗੇ ਤਾਂ ਤੁਹਾਡੇ ਨਾਲ ਉਹੀ ਗੱਲ ਹੋਣੀ ਆ ਜਿਹੜੀ ਤੁਹਾਡੇ ਪਿਤਾ ਨੇ ਤੁਹਾਡੇ ਚਾਚੇ ਦੇ ਨਾਲ ਕੀਤੀ ਸੀ। ਤਾਂ ਗੁਰਮੁਖ ਪਿਆਰਿਓ, ਯੁੱਧ ਵਿੱਚ ਜੇ ਲੜ ਮਰਾਂਗੇ ਤਾਂ ਬਿਹਤ ਪਾਓਗੇ ਤੇ ਜਿਉਂਦੇ ਰਹੋਗੇ ਤਾਂ ਰਾਜ ਸੁਖ ਭੋਗੋਗੇ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਦੀ ਧੀਰਜ ਦੇਣ ਵਾਲੀ ਗੱਲ ਸੁਣ ਕੇ ਸ਼ਾਂਤੀ ਆਈ। ਬਹਾਦਰ ਸ਼ਾਹ ਇਸ ਸਮੇਂ ਆਗਰੇ ਸੀ।
बहादुर शाह इस समय आगरे सी ते तारा आजम दखण विच अपने पिता औरंगजेब के मरण पिछों उत्थे ही बैठा रहा, अपनी हुकूमत जमा रहा सी। जब उसनूं पता लग्या कि बहादुर शाह युद्ध वास्ते तैयारी कर रहा है तो उसने अपनी तैयारी आरंभ कर दी। तारा आजम नूं अगों रोकण वास्ते बहादुर शाह ने चंबल नदी तो पार होके मोर्चा लाउण वास्ते आगरे तो कूच कर दिता। भाई नंद लाल नूं अपने मामे हाकम राय नाल गुरु जी पास भेज के बेनती की कि हुण छेती ही अपने सिंह सूरमिਆਂ ਨੂੰ नाल लैके मेरे पास पहुँच जाओ। भाई नंद लाल ने जद आप जी नूं बघौर पहुँच के बहादुर शाह दा बेनती पत्र दिता तो गुरु जी ने उस समय भाई धर्म सिंह नूं ਸਿੰਘਾਂ ਦਾ एक जथा दे के भाई नंद लाल जी दे नाल भेज दिता अते आख्या कि असीं भी तुहाडे पिछे छेती ही आ रहे हैं। बहादुर शाह ते तारा आजम दा जंग आगरे तो तुरन तो पहला बहादुर शाह ने अपनी सारी सैना की गिणती करके सब नूं इनाम वजों वस्त्र धन जेवर बख्श दिते, अगों तो तनख्वाहां दुगणियां कर दित्तियां। भरोसा दिता ते उमरावां नूं होर कई प्रकार के लालच दे के अपने विश्वास विच कर लिया। इस तरह बहादुर शाह पूरी तैयारी करके आगरे तो कूच करके तारा आजम वल दखण नूं चल पिया। उधर तारा आजम नूं भी मुखबर पूरियां खबरां दिंदे रहंदे। उसने बहादुर शाह नूं आगरे ही लड़न वास्ते दखण तो चढ़ाई कर दी। जद बहादुर शाह नूं तारा आजम की चढ़ाई का पता लगा तां इसने झट चंबल नदी पार करके धौलपुर के नेड़े जाजू आजम दे इत्थे पुजण तो दोहां भरावां दीयां फौजां विच घोर युद्ध होण लग पिया। बहादुर शाह ने घबरा के भाई नंद लाल नूं कहा कि गुरु जी नूं छेती ही बेनती करके अगे लियाओ। भाई नंद लाल जी ने जब बहादुर शाह नूं धीरज दिती ते कहा कि गुरु जी तेरी सहायता करके छेती तारा आजम नूं मार देणगे, तू धीरज रख। जंग विच अपना पासा कमज़ोर हुंदा वेख के बहादुर शाह ने फिर नंद लाल नूं कहा कि गुरु जी नूं जाके मेरे वल्लों बेनती करो कि मैं तुहाडे भरोसे ते ही तारा आजम नाल जंग छिड़ लिया है। मेरे नालों बैरी की फौज 10 गुणा बहुती है। वो मरिया किस तरह मुक्कणगे ਉਹਦੇ मुकाबले ते मैं बहुत कमज़ोर हाँ। तुसी अपना बिरद पालना करो, मेरी सहायता करो। बहादुर शाह का यह सुनेहा लैके नंद लाल गुरु जी के पास पहुँच के बेनती की कि आप चलो ते बहादुर शाह की सहायता करो। सतगुरु जी ने भाई नंद लाल नूं आख्या कि बहादुर शाह पासों एक गल लिखवा के लियाओ, एक गल लिखवा के लियाओ। वो किहड़ी गल सी जिहदे पिछे महाराज जी ने उन्होंने हामी भरी आ भी असीं तुहाडे नाल युद्ध करांगे। आओ अगे सरवण करो। वो किहड़ी गल लिखवा के कहण नूं कह रहे ने महाराज जी 10वें पातशाह।
महाराज जी कहते बहादुर साहब पासों एक गल लिखवा के लियाओ कि असी तारा आजम नूं मार के दिल्ली के तख्त उत्ते बहादुर साहब नूं बिठा दईए तां ओह साडा एक सवाल पूरा कर देवेगा। गुरु जी का हुक्म सुन के नंद लाल फिर बहादुर साहब नूं कहा कि जे तू गुरु साहिब जी की मदद नाल तारा आजम नूं मार के तख्त उत्ते बैठना चाहुंदा है तां अपने हथ नाल एक चिट्ठी लिख के दे, अपने हाथ नाल लिख के दे कि दिल्ली दे तख्त उत्ते बैठ के मैं गुरु जी का एक सवाल जो आखणगे वो पूरा करांगा। बहादुर साहब ने उस समय गल लिख के नंद लाल ते मामे हाकम राय दे हथ भेज दिती। सतगुरु जी ने बहादुर साहब की लिखत पढ़ के भाई नंद लाल नूं कहा हुण तुसीं जाके तसल्ली दिओ, असीं युद्ध भूमि विच पहुँच के छेती ही तारा आजम नूं मारांगे। भाई नंद लाल ते हाकम राय ने गुरु जी दे इस तरह के भरोसे वाले वचन आप जी नूं नमस्कार कीती ते घोड़ सवार हो के बहादुर साहब नूं आण के आख्या कि कोई हुण चिंता ना कर, सवेरे दिन चढ़दे ही तुसीं जंग शुरू करोगे तां गुरु जी अपना प्रण पूरा कर देणगे। दूसरे दिन दोहां पासियां तो युद्ध दे धौंसे वजने शुरू हो गए। फौजां विच आमो सामने भयानक जंग शुरू हो गया। तारा आजम अपने योधियां नूं ललकार के ते सेनापतियां नूं डांट के आप भी बड़े क्रोध नाल बैरियां दलां उत्ते तीरां ते बंदूकां दे वार करन लगे। ऐसा सख्त हमला वेख के बहादुर शाह ने बहुत परेशान होके धर्म सिंह नूं आख्या कि अरदास धर्म सिंह नूं आके अरदास कराई कि गुरु जी छेती बौड़ो भी छेती आओ। धर्म सिंह ने बहादुर शाह नूं धीरज दे के जद अरदास की ते अरदास होई तत् सिन ही जद ही गुरु जी शहीद सिंघां दे एक बड़े दल नाल प्रगट हो गया। खो सतनाम। शहीद सिंघां दे हथ विच निशान साहब झूल रहे ने पर दिख किसी नूं रहे, कल्ले निशान साहब ही दिख रहे ने। निशान साहब आउंदे दिख रहे ने, सिंह शहीद किसी नूं विख नहीं रहे। अते इक्को बार ही बाजां वांगू दुश्मनां ते टुट के पै गए। धर्म सिंह ने साह नूं कहा वेखो हजरत गुरु जी का दर्शन करो ते नमस्कार करो। उन्हां नाल शहीद सिंघां दा दल मारो मार करदा आ रहा है। बहादुर शाह गुरु जी दे दर्शन करके निहाल हो गया ते फतेह दी आस नाल उहदे मन नूं शांति आ गई भी हुण मेरे ते कृपा होनी आ। बहादुर शाह नूं दिल्ली दे लश्कारे वांगू इउं झलक पई कि गुरु जी दे पिछे बड़ी तकड़ी फौज है। आप जी दे हथ विच धुनख है जिसदे चिल्ले विच तीर कसिया होया है। आप जी दे हेठां नीला घोड़ा उछल उछल के पै रहा, भाव के साला मारदा फिर रहा घोड़ा, महाराज जी का नीला घोड़ा। अते आप जी तारा आजम नाल तारा आजम वल जा रहे। इस तरह सिन मात्र ही चढ़ाई वाला रूप वेख के आप जी संग्राम विच प्रवेश कर गए। जंग विच तोपां ते बंदूकां धुएं ते योधियां दे पैरां नाल धूड़ उड़न करके बहुत हनेरा छा गया। सतगुरु जी
शहीदां दी फौज नाल इस अंधार विच उत्थों पहुँच गए जिथे तारा आजम हाथी उत्ते सवार होके अपने योधियां विच खड़ा सी। एक बार ही सब ने इकट्ठे होके वार करके उन्हां दे बेअंत योधे मार दिते ते गुरु जी ने अपने दो तिखे बाण तारा आजम नूं निशाना करके मारे। आप जी का अकौम बाण तारा आजम के मत्थे विच जा लग्या ते ओह हाथी तो डिग के हेठा मर गया। उहदे नाल ही जो 14 उमराव हाथी उत्ते बैठे हुए सन वो भी उत्थों ही मारे गए। तारा आजम उमराव के मरण नाल बाकी दे जिहड़े फौज सी उन्होंने जो जिंदा रह गए वो तत् सिर ही अपने लश्कर नूं लड़ाई बंद करने का हुक्म दिता ते पिछे नूं भज गए। बहादुर शाह पास अपने दूत भेज के उसनूं अपना बहादुर शाह मन लिया। हुण फौज सी जिहड़ी जां उन्होंने देखा भी हार हो गई तो गुरमुख प्यारे बहादुर शाह वाल आके रल गए। वो बहादुर दे नाल मन गए क्योंकि फौज आ उन्होंने तो एक अपना सरदार चाहिए सी ते तनख्वाह चाहिए जाती सी। वो छाला मार के दूजे पासे नूं आ रले इन्हां नाल भी असीं तुहाडे नाल लिख के चिट्ठी भेज दित्ती। बहादुर शाह ने उमरावां दी ये गल सुन के बहुत खुशी मनाई ते ये निर्णय करने वास्ते कि तारा आजम नूं किसने मारिया है। शाह ने जद उहदे मत्थे विचों तीर मंगवा के वेख्या तो उसनूं गुरु जी की मोहर वाला तीर वेख के यकीन हो गया कि तारा आजम गुरु जी ने ही अपने प्रण पूरा किया है। बहादुर शाह ने धर्म सिंह दी राही गुरु जी का धन्नवाद किया। उपरंत बहादुर शाह ने जित की खुशी विच बहुत इनाम दिते ते फिर सारा कुछ अपने डेरे की संभाल करके आगरे नूं आ गया। आगरे पहुँच के भाई धर्म सिंह ते उहदे जथे का बड़ा सन्मान किया ते बहुत सरपाव दे के विदा करके कहा कि गुरु जी नूं बेनती करनी कि आप आगरे आके मैनूं दर्शन दे के करतार्थ करन। दिल्ली विच गुरु जी ने 9वें गुरु जी की याद कायम करनी जिथे गुरु तेग बहादुर महाराज जी का शीश धड़ दे नाल जुदा होया। 20 जून नूं 1707 नूं तारा आजम नूं मार के गुरु जी अस्सो पले ही अपने सिंघां दे नाल दिल्ली चले गए। आप जी दे दिल्ली जाण दा कारण यह सी कि दमदमा तो दखण नूं चलण समय आप जी ने अपने दोवें महल माता सुंदरी जी ते माता साहिब देवा नूं दिल्ली भेज दिता सी ते मातावां जी 7-8 महीने भाई जवाहर सिंह दी हवेली विच निवास रखदियां सन। उन्हां दी खबर लैण वास्ते अते औरंगजेब के मरण उपरंत बहादुर शाह नाल सुलह सपाई की गल दस के मातावां नूं धीरज दिता कि हुण तुसीं शांति नाल रहना, हुण राज मेरा है, चिंता ना करो। शांति नाल रहण वास्ते आखण गए। दिल्ली पहुँच के गुरु जी ने यमुना तो पार ही आप जी के दर्शन करने वास्ते उत्थे पहुँच गईयां गुरु कीयां संगतां। गुरु जी ने आख्या जंग युद्ध विच बेअंत मारे गए हैं, जिस करके सारे इन्हां नाल बैर रखते हैं। जे किसी ने इन्हां उत्ते वार कर दिता तो बहुत खराबी होवेगी, सारी जिम्मेवारी साडे उत्ते आ जाएगी। ये विचार करके दिल्ली दियां संगतां गुरु जी नूं बड़ी
ਬੇੜੀ ਵਿੱਚ ਬਿਠਾ ਕੇ ਜਮਨਾ ਨਦੀ ਦੀ ਸੈਰ ਕਰਵਾਉਣ ਲੱਗੇ। ਤੇ ਸੈਰ ਦੇ ਨੇੜੇ ਆਣ ਕੇ ਸਤਿਗੁਰੂ ਜੀ ਨੇ ਇੱਕ ਦੁਰਾਬੀਨ ਨਾਲ ਲਾਲ ਕਿਲਾ, ਜਾਮਾ ਮਸਜਿਦ ਤੇ ਹੋਰ ਨੇੜੇ ਨੇੜੇ ਦੇ ਸਥਾਨ ਵਿਖਾਉਂਦੇ ਹੋਏ ਮੋਤੀ ਬਾਗ ਜਾ ਉਤਾਰਿਆ। ਇੱਥੇ ਬਹੁਤ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਆਏ। ਗੁਰੂ ਜੀ ਨੇ ਸਭ ਨੂੰ ਖੁਸ਼ੀਆਂ ਬਖਸ਼ੀਆਂ ਅਤੇ ਮੋਤੀ ਬਾਗ ਦੀ ਸੈਰ ਕਰਕੇ ਫਿਰ ਬੇੜੀ ਦੇ ਵਿੱਚ ਬੈਠ ਕੇ ਆਪਣੇ ਡੇਰੇ ਵਾਪਸ ਆ ਗਏ। ਡੇਰੇ ਪਹੁੰਚ ਕੇ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਦਿੱਲੀ ਦੇ ਤਖਤ, ਦਿੱਲੀ ਦੇ ਸਿੱਖ ਸਿਉਨੇ ਦੇ ਮੁਲੰਮੇ ਵਾਂਗੂ ਉੱਤੋਂ ਸਿੱਖੀ ਦੀ ਚਮਕ ਵਾਲੇ ਤੇ ਵਿੱਚੋਂ ਫਰੇਬੀ ਹਨ। ਦੂਸਰੇ ਦਿਨ ਜਦ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਾਂ ਆਪ ਜੀ ਨੇ ਕਿਹਾ, ਜਿੱਥੇ 9ਵੇਂ ਗੁਰੂ ਜੀ ਸਰੀਰ ਦਾ ਸੰਸਕਾਰ ਕੀਤਾ ਗਿਆ ਹੈ, ਉੱਥੇ ਸਾਰੇ ਮਿਲ ਕੇ ਇੱਕ ਗੁਰਦੁਆਰਾ ਬਣਾਓ ਤੇ ਉਹਨਾਂ ਦੀ ਪਵਿੱਤਰ ਯਾਦਗਾਰ ਕਾਇਮ ਕਰੋ। ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖਾਂ ਨੇ ਉੱਥੇ ਵੀ ਇੱਕ ਛੋਟਾ ਜਿਹਾ ਯਾਦਗਾਰੀ ਮੰਦਿਰ ਬਣਵਾ ਦਿੱਤਾ। ਮਾਤਾ ਸੁੰਦਰੀ ਜੀ ਨੇ ਦਿੱਲੀ ਰਹਿਣਾ। ਇਤਨੇ ਸਮੇਂ ਵਿੱਚ ਭਾਈ ਧਰਮ ਸਿੰਘ ਵੀ ਆਪਣੇ ਜਥੇ ਨਾਲ ਆਗਰੇ ਤੋਂ ਬਹਾਦਰ ਸ਼ਾਹ ਦਾ ਸੁਨੇਹਾ ਲੈ ਕੇ ਗੁਰੂ ਜੀ ਪਾਸ ਦਿੱਲੀ ਪਹੁੰਚ ਗਿਆ ਅਤੇ ਉਸਨੇ ਦੱਸਿਆ ਕਿ ਬਹਾਦਰ ਸ਼ਾਹ ਆਪਣੀ ਜਿੱਤ ਦੀ ਖੁਸ਼ੀ ਵਿੱਚ ਇੱਕ ਜਸ਼ਨ ਕਰਨਾ ਚਾਹੁੰਦਾ ਹੈ ਤੇ ਉਸ ਵਿੱਚ ਸ਼ਾਮਲ ਹੋਣ ਵਾਸਤੇ ਉਸਨੇ ਆਪ ਜੀ ਨੂੰ ਬਹੁਤ ਅਧੀਨਗੀ ਦੇ ਨਾਲ ਬੇਨਤੀ ਕੀਤੀ ਹੈ, ਆਪ ਜ਼ਰੂਰ ਚੱਲੋ। ਜਦ ਗੁਰੂ ਜੀ ਆਗਰੇ ਤੋਂ ਤੁਰਨ ਲੱਗੇ ਤਾਂ ਆਪ ਜੀ ਨੇ ਦੋਵੇਂ ਮਹਿਲਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਨਾਲ ਜਾਣ ਵਾਸਤੇ ਤਿਆਰ ਹੋ ਪਏ। ਗੁਰੂ ਕੇ ਦੋਨੇ ਮਹਿਲ ਦਾ ਮਤਲਬ ਘਰ ਵਾਲੀਆਂ, ਗੁਰੂ ਜੀ ਦੀਆਂ ਦੋਨੇ ਮਹਿਲ ਤਿਆਰ ਹੋ ਪਏ। ਪਰ ਦਿੱਲੀ ਦੀਆਂ ਸੰਗਤਾਂ ਨੇ ਦੋਵਾਂ ਮਾਤਾਵਾਂ ਦਾ ਨਿਵਾਸ ਦਿੱਲੀ ਰਹਿਣ ਵਾਸਤੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਕਿਹਾ ਕਿ ਇਹਨਾਂ ਦੀ ਟਹਿਲ ਸੇਵਾ ਤੁਹਾਡਾ ਰੂਪ ਜਾਣ ਕੇ ਹੀ ਕਰਾਂਗੇ। ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਇੱਕ ਸਿੱਖ ਸੁਨਿਆਰੇ ਦੇ ਲੜਕੇ ਦਾ ਮਹਿੰਦਰਾ ਮੇਰੇ ਸਪੁੱਤਰ ਅਜੀਤ ਸਿੰਘ ਵਰਗਾ ਹੈ। ਮਹਾਰਾਜ ਜੀ ਨੂੰ ਬੇਨਤੀ ਕੀਤੀ। ਮਾਤਾ ਸੁੰਦਰੀ ਜੀ ਨੇ ਕਹਿੰਦੀ ਮੇਰੇ ਜੀਤ ਸਿੰਘ ਵਰਗਾ ਇੱਕ ਲੜਕੇ ਦਾ ਮੜੰਗਾ ਹੈ, ਜੇਕਰ ਉਸ ਦਾ ਪਿਤਾ ਇਹ ਲੜਕਾ ਮੈਨੂੰ ਦੇ ਦੇਵੇ ਤਾਂ ਮੈਂ ਉਸ ਨੂੰ ਆਪਣਾ ਪਾਲਕ ਪੁੱਤਰ ਬਣਾ ਕੇ ਪਾਲ ਲਵਾਂ, ਉਹਦੇ ਨਾਲ ਮੇਰਾ ਦਿਲ ਲੱਗਿਆ ਰਹੇਗਾ। ਗੁਰੂ ਜੀ ਨੇ ਕਿਹਾ ਇਹ ਬਾਲਕ ਵੱਡਾ ਹੋ ਕੇ ਤੈਨੂੰ ਦੁੱਖ ਦੇਵੇਗਾ, ਇਹ ਬਾਲਕ ਬੱਚਾ ਵੱਡਾ ਹੋ ਕੇ ਤੈਨੂੰ ਦੁੱਖ ਦੇਵੇਗਾ, ਇਸ ਨੂੰ ਬਾਲਕ ਬਣਾਉਣਾ ਠੀਕ ਨਹੀਂ ਹੈ। ਪਰ ਜਦ ਮਾਤਾ ਜੀ ਨੇ ਬਹੁਤ ਹੱਟ ਕੀਤਾ ਤਾਂ ਗੁਰੂ ਜੀ ਨੇ ਉਹ ਲੜਕਾ ਸਿੱਖ ਪਾਸੋਂ ਮਾਤਾ ਜੀ ਨੂੰ ਦਵਾ ਦਿੱਤਾ ਤੇ ਮਾਤਾ ਜੀ ਨੇ ਉਹਦਾ ਨਾਮ ਵੀ ਅਜੀਤ ਸਿੰਘ ਹੀ ਰੱਖਿਆ। ਇਸ ਤਰ੍ਹਾਂ ਪਾਲਕ ਲੜਕੇ ਨੂੰ ਲੈ ਕੇ ਮਾਤਾ ਸੁੰਦਰੀ ਜੀ ਨੇ ਦਿੱਲੀ ਹੀ ਨਿਵਾਸ ਰੱਖਿਆ ਤੇ ਮਾਤਾ ਸਾਹਿਬ ਦੇਵਾ ਜੀ ਸਤਿਗੁਰੂ ਜੀ ਨੇ ਆਪਣੇ ਨਾਲ ਲੈ ਗਏ। ਮਾਤਾ ਸਾਹਿਬ ਦੇਵਾ ਜੀ ਨੂੰ ਸਤਿਗੁਰੂ ਜੀ ਆਪਣੇ ਨਾਲ ਆਗਰੇ ਵੱਲ ਨੂੰ ਭਾਵ ਕੇ ਹਜ਼ੂਰ ਸਾਹਿਬ ਵੱਲ ਨੂੰ ਮਹਾਰਾਜ ਜੀ ਨਾਲ ਲੈ ਗਏ, ਕਿਉਂਕਿ ਮਾਤਾ ਸੁੰਦਰੀ ਜੀ ਵਾਹਿਗੁਰੂ ਮਾਤਾ ਸਾਹਿਬ ਦੇਵਾ ਜੀ ਜਿੰਨਾ ਚਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਨਾ ਕਰਦੀ ਸੀ, ਨਾ ਜਲ ਸਕਦੇ ਸੀ ਨਾ ਪਾਣੀ ਸਕਦੇ ਸੀ। ਬਸ ਆ ਰਿਸ਼ਤਾ ਸੀ ਮਹਾਰਾਜ ਜੀ ਦੇ ਨਾਲ, ਸਰੀਰਕ ਰਿਸ਼ਤਾ ਕੋਈ ਨਹੀਂ ਸੀ।
बस दर्शनां दी दर्शन करके फिर जल पानी प्रसादा पानी फिर सकते सी। ते माता जी नूं, माता साहिब देवा जी नूं सतगुरु जी नाल लै गए ते माता सुंदरी जी नूं दिल्ली छड्ड दिता। तां गुरमुख प्यारिओ, माता जी ने उसदा नाम भी जी ते रख दिता सी। इस तरह पालक लड़का लैके माता सुंदरी जी दिल्ली ही निवास रखिया। ते फिर माता साहिब देवा जी सतगुरु जी अपने नाल लै गए। अगे मथुरा बिंद्रावन जाना। गुरु साहिब जी माता साहिब देवा जी सहित अपने ਸਿੰਘਾਂ ਦਾ जथा लैके बहादुर साहब वाल आगरे नूं चल पे। तीसरे दिन जदों आप जी ने दिल्ली तो मथुरा पहुँच के जमुना के किनारे सूरज कंड के पास जा डेरा किया ते रात विश्राम करके दूसरे दिन आप जी ने मथुरा के मंदिर जिथे कृष्ण जी लीला करते सन वो वेखे। फिर जमुना पार करके गोकुल नगरी वेखी जिथे ही कंस की भेजी हुई भूतना पापण दा कृष्ण जी ने नाश किया सी। ते इत्थे ही दैत त्रिवैणा बर्फ और बड़े दैत मारे सन। इत्थों जाके आप जी ने बिंद्रावन वेख्या जिथे कृष्ण जी गोपियां नाल खेडदे अते रासां पाउंदे रहे। इत्थे ही ब्रह्मा जी ने कृष्ण जी दियां गऊआं दे बच्चे चुरा लए सन अते कृष्ण जी ने होर बच्चे रच लए। इत्थे ही कृष्ण भगवान जी ने होर अनेकां दे कौतक कीते सन अते कंस दे भेजे हुए कईयां राक्षसां नूं मारिया सी। इस तरह इन्हां तिन्नां नगरियां दे प्रसिद्ध स्थानां नूं वेख के दर्शन करके गुरु जी अगे नूं आगरे तो 4 को उरा एक बाग विच जा डेरा कीता। जाके आगरे दे नेड़े एक डेरा कीता। इत्थों चल के गुरु जी दूजे दिन आगरे शहर पास एक बाग विच जा उतरे। इस बाग दे मालक खान खाना ने जद गुरु जी का आउणा सुनिया तो बड़े प्रेम नाल सतगुरु जी नूं आण मिलिया ते आख्या कि तुसीं बड़ी कृपा कीती है जो मैनूं हुण दर्शन दे के करतारत कीता। गुरु जी उहदे प्रेम सरदा उत्ते बहुत प्रसन्न होए, बहुत खुश होए। खाना खान ने बेनती की, गुरु जी मेरे शरीर विच बड़ी पीड़ रहिंदी आ, मेरे शरीर दे विच कहंदा बड़ी पीड़ रहिंदी आ, जो आप जी की कृपा नाल ही जा सकती है। मैं इस तरह इस बात ते आप जी नूं बहुत चिर तो उਡੀਕ रहा सा। गुरु जी ने थापड़ा दे के कहा हुण पीड़ नहीं हो रहेगी। गुरु कलगीधर पातशाह गुरु गोबिंद सिंह महाराज जी ने थापड़ा दे के कहा जा तैनूं हुण कदे पीड़ नहीं होवेगी। क्यों बचन पूरे करदे गुरु जी। तां गुरमुख प्यारिओ महाराज जी कहते जायज़ कर हुण नहीं पीड़ होवेगी। तू रोज भुखे लोड़वंदां नूं भोजन दिया कर अते जे तू उस भोजन विच 1 दिनार रुपया लुका के दिया करेगा तो सारे जहान विच जस फैल जाएगा ते कहणगे कि खान खाना तेरे खाने बताना। गुरु जी का यह वाक अज तक प्रसिद्ध है। गुरु जी की कृपा नाल जद खान खाना की पीड़ दूर हो गई तो उसने आप जी की बड़ी प्रेम नाल जथा सख्त सेवा की। आओ अगे औरंगजेब बहादुर सानू मिलना खान खाना पासों विदा होके गुरु जी ने एक दूसरी जगह जा डेरा किया
ਉੱਥੇ ਆਗਰੇ ਦੇ ਸਿੰਘਾਂ ਨੇ जब सब रसद पानी लैके आंदा तो सब डेरे ने सक के कुछ आराम किया। इतने नूं मीह बहुत पैण लग पिया। इउं जापन लगा कि गुरु जी दे आगमन की खुशी विच, आगमन का मतलब भी गुरु जी आए, गुरु जी की आण की खुशी दे विच इंद्र देवता छिड़काव कर रहा है। एक दो दिन उपरंत जब गुरु जी गुरु जी दे आउण दा बहादुर शाह नूं पता लगा तां उसने अपने उमरावां नूं भेटा दे के गुरु जी दे पास भेजिया ते बेनती की कि आण के दर्शन दिओ। गुरु जी ने बहादुर शाह का बुलावा सुन के छेती ही तैयारी करके सिंघां नाल बहादुर शाह दे महल अगे पहुँच के सिंघां नूं हुक्म दिता कि तुसी घोड़ियां उत्ते चढ़े चढ़ाए इत्थे ठहरो। आप जी सतगुरु भाई साहिब नूं नाल लैके महल दे अंदर चले गए। अगे बहादुर शाह अपने कुछ सिपाहियों के नाल गुरु जी की उड़ीक कर रहा है। तो गुरमुख प्यारिओ उसने अगों उठ के आप जी नूं चरणों के उत्ते नमस्कार की। बहादुर शाह ने चरणों के उत्ते नमस्कार की अते गुरु जी ने उसकी पिठ उत्ते थापी दे के थापड़ा दे के सीह दी कि बहादुर शाह सुख नाल रहो, नंद लो, तुहानूं राज दवा दिता, दिल्ली का बादशाह बना दिता। आप जी नूं चंदन की चौंकी दे सुंदर आसन ते बिठा के बहादुर शाह ने हथ जोड़ के बेनती की कि आप जी की सहायता नाल ही मैनूं अपने बलवान भाई तारा आजम तो जित प्राप्त हुई आ अते ये मुल्क की बादशाही मिली है। आप सर्व कला समर्थ हो, आप जी दे सामने होर कोई दूसरा जगत विच नहीं है। गुरु जी ने आख्या बहादुर शाह तेरी इच्छा पूरी हो गई आ, हुण साडे नाल जो इकरार कीता सी, वादा कीता सी, उस उत्ते दृढ़ रहना। बहादुर शाह ने गुरु जी नूं एक बहुत कीमती कलंगी जो उस समय की 1.25 लाख रुपए की कलंगी ते एक दुसाले सहित पोशाक ते एक धुक धुकी गल विच पाउण वाला सुच्चे रत्नां दा गहना भेटा कीता ते बेनती की कि हुण हाड़ महीने की बहुत गर्मी है ते अगे बरसात की रुत है। दोवें समय गर्मी ते बरखा सफ़र करना वास्ते चंगे हन। इस करके ये चश्मा इत्थे ही दर्शन दिओ। सतगुरु जी बहादुर शाह उत्ते खुशी करके बहादुर शाह खड़े सिंघां नूं नाल लैके अपने डेरे जमुना किनारे आ गए। गुरु जी दे दोवें वेले दीवान लगदे अते लंगर चलदा जिस नाल मानसिक भुख ते सतनाम दा उपदेश दे के आत्मक भुख दूर करने वास्ते बेअंत संगत आप जी दे दर्शन करने वास्ते भेटा लैके हाजिर होईआं। आओ बाकी विचारा करांगे कल नूं। हुण विचारा करांगे आपां गुर इतिहास दीआं। कल सवेरे कीर्तन, परसों नूं कीर्तन, फिर अगे जाके गुर इतिहास की विचार करांगे। हुण कल अज कलगीधर पातशाह गुरु गोबिंद सिंह महाराज जी दे अवतार दिहाड़े दीआं खुशियां दे विच कथा कीर्तन दे प्रवाह चलने ने। सब संगतां ने हुम हवा के दर्शन देने की कृपालता करनी। मैं कई बार दसदा हुन्ना भी जदों खुशी का टाइम आ उदों खुशियां मनाओ, जदों गमी का टाइम आ उदों मन नूं गम दे विच रखो। उस समय ये काम नहीं करना चाहिए। ये तो वो काम हो जाता कहते जदों तां ब्याह उदों रोण लग जाओ, बैण पाउण लग जाओ। जदों खुशी का काम होवे
ਉਹਦੇ ਰੌਣ ਲੱਗ ਜਾਓ, ਬੈਂਡ ਪਾਉਣ ਲੱਗ ਜਾਓ। ਤਾਂ ਗੁਰਮੁਖ ਪਿਆਰੇ ਜਦੋਂ ਗਮੀ ਦਾ ਕੰਮ ਆ ਉਦੋਂ ਹੱਸਣ ਲੱਗ ਜਾਓ, ਖੁਸ਼ੀਆਂ ਮਨਾਉਣ ਲੱਗ ਜਾਓ। ਦੱਸੋ ਸ਼ੋਭਾ ਦੇਣਗੇ ਕਿ ਨਹੀਂ ਦੇਣਗੇ? ਸਾਰੇ ਸਿਆਣੀ ਆ ਆਪਾਂ। ਇਸ ਕਰਕੇ ਜਦੋਂ ਉਦੋਂ ਉਹ ਕੰਮ ਕਰੋ ਜਿਹੜਾ ਕੰਮ ਟਾਈਮ ਦੇ ਨਾਲ ਸੋਹਣਾ ਲੱਗਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ, ਲਾਊ ਕੋਈ ਬਰੈਡਾਂ ਦਾ ਲੰਗਰ? ਕੋਈ ਨਹੀਂ ਤਿਆਰ ਹੋਣਾ। ਕੀ ਕਰੀਏ ਬਾਬਾ ਜੀ, ਪੈਸੇ ਨਹੀਂ ਹੈਗੇ, ਹੁਣ ਖਰਚਾ ਹੋ ਕੇ ਹਟਿਆ। ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਸੀ ਉਦੋਂ ਭਾਈ ਇਹ ਕੰਮ ਟਾਈਮ ਦੇ ਨਾਲ ਸੋਹਣੇ ਲੱਗਦੇ ਨੇ। ਇਸ ਕਰਕੇ ਸਮਝਿਆ ਕਰੋ ਗੁਰੂ ਘਰ ਦੀਆਂ ਵਿਚਾਰਾਂ, ਗੁਰ ਧਿਆਨ ਦੀਆਂ ਵਿਚਾਰਾਂ। ਜੇ ਨਹੀਂ ਸਮਝੋਗੇ ਫਿਰ ਆ ਕਥਾ ਕਰਨ ਦਾ ਫਾਇਦਾ ਕੋਈ ਨਹੀਂ ਹੈ। ਫਿਰ ਐਵੇਂ ਸਮਾਂ ਦਿਮਾਗ ਖਰਾਬ ਕਰਨ ਦਾ, ਸਮਾਂ ਬਰਬਾਦ ਕਰਨ ਦਾ ਫਾਇਦਾ ਕੋਈ ਨਹੀਂ। ਇਸ ਕਰਕੇ ਹਰ ਗੱਲ ਨੂੰ ਗੌਰ ਦੇ ਨਾਲ ਸਮਝਿਆ ਕਰੋ। ਇਹ ਕੋਈ ਆਮ ਗੱਲਾਂ ਨਹੀਂ ਹਨ, ਇਹ ਪਰਮਾਰਥੀ ਗੱਲਾਂ ਨੇ। ਇਹ ਸਤਿਗੁਰੂ ਦੀਆਂ ਗੁਰ ਧਿਆਨ ਦੀਆਂ ਵਿਚਾਰਾਂ ਨੇ, ਗੁਰਬਾਣੀ ਦੀਆਂ ਵਿਚਾਰਾਂ ਨੇ। ਇਸ ਕਰਕੇ ਇਹਨਾਂ ਨੂੰ ਗੁਰੂ ਦੇ ਬਚਨ ਸਮਝ ਕੇ ਮੰਨਿਆ ਕਰੋ, ਅਸਰ ਕਰਿਆ ਕਰੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ, ਅੱਜ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਣੇ ਨੇ। ਸਭ ਸੰਗਤਾਂ ਨੇ ਆਪਣੇ ਤਨੋਂ ਮਨੋਂ ਧਨੋਂ ਦਿਲੋਂ ਸੇਵਾ ਕਰਨੀ ਆ ਖੁਸ਼ੀ ਦੇ ਨਾਲ। ਜਿਹੜਾ 10ਵੀਂ ਦਾ ਅਖੰਡ ਪਾਠ ਸਾਹਿਬ ਆ ਐਤਕੀ ਆਪਾਂ ਉਹ ਕੈਂਸਲ ਕਰਾਂਗੇ ਤੇ ਇਕੱਲਾ ਕੀਰਤਨ ਕਰਾਂਗੇ। ਹੋ ਸਕਿਆ ਵੀ ਖੀਰ ਦਾ ਲੰਗਰ ਜ਼ਰੂਰ ਚਲਾਵਾਂਗੇ। ਬਾਕੀ ਦੀ ਗੱਲਾਂ ਤਾਂ ਛੱਡੋ, ਖੀਰ ਦਾ ਲੰਗਰ ਜ਼ਰੂਰ ਚਲਾਵਾਂਗੇ ਕਿਉਂਕਿ 10ਵੀਂ ਆ, ਸਿੰਘਾਂ ਸ਼ਹੀਦਾਂ ਦੀ ਆ। ਇਸ ਕਰਕੇ ਸਿੰਘਾਂ ਸ਼ਹੀਦਾਂ ਨੂੰ ਆਪਾਂ ਮੁੱਖ ਰੱਖਦੇ ਹੋਇਆ, ਸਿੰਘ ਸ਼ਹੀਦ ਕਿਹੜੇ ਨੇ? ਚਾਰੇ ਸਾਹਿਬਜ਼ਾਦੇ ਜਿੰਨੇ ਵੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਆਪਾਂ ਅਖੰਡ ਪਾਠ ਸਾਹਿਬ ਕਰਦੇ ਹੁੰਦੇ ਆ। ਸੋ 12 ਤਰੀਕ ਦਾ 10ਵੀਂ ਆ ਰਹੀ ਆ ਤੇ ਉਹ ਆਪਾਂ ਖੀਰ ਦਾ ਲੰਗਰ ਲਾਵਾਂਗੇ ਤੇ ਉਹਦੇ ਬਾਅਦ ਤੇ ਤੁਹਾਨੂੰ ਪਤਾ ਹੀ ਹੈ ਵੀ ਕੀ ਪੈਣਾ ਹੈ, ਕੀ ਆਉਣਾ ਹੈ। ਉਹ ਸੇਵਾ ਆਪਾਂ ਉਦੋਂ ਕਰਨੀ ਆ। ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਨੇ ਤੇ 2 ਦਿਨ ਰਾਤ ਦੇ ਦੀਵਾਨ ਤੇ 2 ਦਿਨ ਆਸਾ ਦੀ ਵਾਰ ਤੇ ਭੋਗ ਦੇ ਉੱਤੇ ਕੀਰਤਨ ਨਹੀਂ ਹੋਵੇਗਾ। 8 ਵਜੇ ਸਮਾਪਤੀ ਹੋ ਜਾਣੀ ਹੈ ਅਖੰਡ ਪਾਠ ਸਾਹਿਬ ਦੀ ਤੇ ਸਮਾਪਤੀ ਕਰਕੇ ਤਿਆਰੀਆਂ ਕਰਕੇ ਨਗਰ ਕੀਰਤਨ ਦੀਆਂ ਤਿਆਰੀਆਂ ਕਰਾਂਗੇ। ਗੱਤਕੇ ਵਾਲੇ ਔਰ ਕੀਰਤਨ ਦੀਆਂ ਹਾਜ਼ਰੀਆਂ ਹੋਰ ਸਾਰਾ ਜਿਵੇਂ 5 ਪਿਆਰੇ ਤਿਆਰ ਹੁੰਦੇ ਆ, ਪੂਰੀ ਧੂਮਾ ਧਾਮੀ ਦੇ ਨਾਲ ਨਗਰ ਕੀਰਤਨ 5 ਤਰੀਕ ਨੂੰ ਨਿਕਲੇਗਾ। ਆਪੋ ਆਪਣੇ ਘਰਾਂ ਦੇ ਮੂਹਰੋਂ ਸਭ ਨੇ ਸਫਾਈਆਂ ਕਰਨੀਆਂ ਨੇ। ਆਪੋ ਆਪਣੇ ਘਰਾਂ ਦੇ ਮੂਹਰੋਂ ਸਭ ਨੇ ਸਫਾਈਆਂ ਕਰਨੀਆਂ ਨੇ 5 ਤਰੀਕ ਨੂੰ। ਤੇ ਕੋਈ ਗੋਹਾ ਜਾਂ ਕੋਈ ਡੱਕਾ ਜਾਂ ਕੋਈ ਇੱਟ ਬੱਟਾ ਇਸ ਤਰ੍ਹਾਂ ਰਸਤੇ ਵਿੱਚ ਨਾ ਹੋਵੇ। ਸਭ ਨੇ ਸਫਾਈ ਕਰਕੇ ਐਨ ਪੂਰਾ ਚਾਵਾਂ ਦੇ ਨਾਲ ਜਿਨ੍ਹਾਂ ਸੰਗਤਾਂ ਨੇ ਆਪੋ ਆਪਣੇ ਲੰਗਰ ਪਾਣੀ ਲਾਉਣੇ ਨੇ, ਸੇਵਾਵਾਂ ਕਰਨੀਆਂ ਨੇ, ਉਹ ਵੀ ਭਾਈ ਆਪੋ ਆਪਣਾ ਤੁਸੀਂ ਸੰਗਤਾਂ ਦੀ ਸੇਵਾਵਾਂ ਕਰ ਸਕਦੇ ਹੋ। 5 ਪਿਆਰਿਆਂ ਦੇ ਦਰਸ਼ਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਇਸ ਤਰ੍ਹਾਂ ਆਪਾਂ ਨੇ ਪੂਰਾ ਚਾਵਾਂ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ। ਸੋ ਕੱਲ੍ਹ ਨੂੰ ਆਪਾਂ ਇੱਥੋਂ ਦੇ ਆਪਣਾ ਪਰਿਵਾਰ ਆ, ਲੜਕੀ ਆ ਜੋ ਦਾਸ ਵੱਲੋਂ ਇੱਕ ਪੇਟੀ ਤੇ ਲਵਾਰੀ ਦਿੱਤੀ ਜਾਣੀ ਆ। ਇੱਕ ਪੇਟੀ ਤੇ ਇੱਕ ਲਵਾਰੀ ਆਪਾਂ ਦੇਵਾਂਗੇ ਸਭ ਸੰਗਤਾਂ ਕੱਲ੍ਹ ਨੂੰ ਸਵੇਰੇ ਉਹ ਪਰਿਵਾਰ ਨੂੰ ਬੁਲਾ ਕੇ। ਸੋ ਜਿਨ੍ਹਾਂ ਸੰਗਤਾਂ ਨੇ ਭਾਈ ਕੋਈ ਸਰਦਾ ਸਮਾਨ, ਕੋਈ ਸੂਟ, ਕੋਈ ਕੰਬਲ, ਕੋਈ ਸੇਵਾ ਇਸ ਤਰ੍ਹਾਂ ਦੀ ਕਰਨੀ ਆ, ਉਹ ਤੁਸੀਂ ਜਾਂ ਦਿਨੇ ਪਹੁੰਚਾ ਸਕਦੇ ਹੋ ਜਾਂ ਕੱਲ੍ਹ ਨੂੰ ਸਵੇਰੇ ਆਉਣ ਲੱਗੇ ਲਿਆ ਸਕਦੇ ਹੋ ਕਿਉਂਕਿ ਪੇਟੀ ਦੇ ਵਿੱਚ ਆਪਾਂ ਪਾ ਕੇ ਦੇ ਦਿਆਂਗੇ। ਬਾਕੀ 27 ਫਰਵਰੀ ਨੂੰ 21 ਲੜਕੀਆਂ ਦੇ ਵਿਆਹ ਕੀਤੇ ਜਾਣੇ ਆ ਕਿਉਂਕਿ ਵਿੱਚ ਵਿਚਾਲੇ ਕੋਈ ਵੀ ਤੰਗ ਨਾ ਕਰਿਆ ਕਰੋ ਵੀ ਸਾਡੇ ਜੀ ਐ ਜੀ ਉਹ ਜੀ ਐ ਜੀ, ਬੜਾ ਔਖਾ ਹੋ ਜਾਂਦਾ। 27 ਫਰਵਰੀ ਨੂੰ ਲੜਕੀਆਂ ਦੇ ਵਿਆਹ ਕਰਨੇ ਆ ਮਰਿੰਡੇ ਦੇ ਨੇੜੇ ਪਿੰਡ ਕਲਹਿੜੀ। ਚਾਹੇ 27 ਹੋ ਜਾਣ, ਚਾਹੇ 51 ਹੋ ਜਾਣ, ਚਾਹੇ 101 ਹੋ ਜਾਏ, ਜਿੰਨੀਆਂ ਵੀ ਲੜਕੀਆਂ ਹੋ ਜਾਣ, ਅਸੀਂ ਸਾਰਿਆਂ ਨੂੰ ਫੁੱਲ ਸਮਾਨ ਦੇਣਾ ਹੈ। ਬਾਕਸ ਬੈੱਡ, ਲਵਾਰੀ, ਪੇਟੀ, ਸੋਫਾ ਸੈੱਟ
होर जो भी जिन्ना भी अपने मापे लड़के नूं समान दिंदे आ। इस करके लोड़वंद कोई भी परिवार होवे वो दास नाल संपर्क कर सकदा या कमेटी वाले नाल संपर्क कर सकदा। कोई रिश्तेदारी च होवे ये ना होवे भी वधिया कोठी बनी है 4 मुंडे काम करन वाले ने भी कर दो बाबियां दे ब्याह, इस तरह नहीं भाई, इनकवारी भी हुंदी आ। इस करके जिहड़ा लोड़वंद है, लोड़वंद परिवार होवे, कोई रिश्तेदारी च अपना कोई होवे उन्हां पर जिथे कोई नाल दे नगर च कोई भी होवे वो तुसीं सानूं दस सकदे हो। उन्हां दा ब्याह धूमा धामी दे नाल होवेगा। बहुत वड्डा पैलस वांगू पंडाल होवेगा। एक पासे संत समागम चलेगा ते दूसरे पासे खाण पीण दा सिस्टम होवेगा। तीजे पासे लड़की दा सारा समान लग्या हुंदा। टेंटां दे विच बरातां आउंदियां ने, पूरा एन चढ़दी कला दे नाल समागम कीता जांदा। उस समागम दे बाद ते सारियां माईयां बीबियां नूं नगर नूं बेनती करांगा भी जिवें आपां ने पहलां 5 ब्याह कीते सी लड़कियां दे, उस तरह सूट जरूर अपना एक तुसीं सारे नगर ने इकल्ले इकल्ले घर दे विचों पहुँचाना। सूट वो पहुँचायो जिहड़ा पाउण दे लायक होवे, क्योंकि लोड़वंद परिवार लड़कियां दे ब्याह करने आपां तुहाडा भी सहयोग दान पै जाना। कोई आटे की सेवा, कोई चीनी की सेवा, कोई घ्यो की सेवा, ये ने सेवा कहते गरीब गुरु की गोलक, जिहे जा गोलक दे विच पा दिते उहे जा गरीब नूं दान कर दिता, एक बराबर है। 27 फरवरी याद रखियो, धूमा धामी दे नाल ब्याह होने बड़ी चढ़दी कला दे नाल। ते समय दा मुख मंत्री भी पहुँच रहा, होर बड़े बड़े मंत्री भी उत्थे पहुँचने ने। सारे ने बड़िया संगतां साधु संत महापुरख बड़े पहुँचणगे ते सारिया संगतां ने, तुसीं भी नगर निवासी संगतां ने दर्शन देने ने। ते इस तरह बेनती नूं प्रवान करियो। घर दे विचों कल्ले कल्ले घर दे विचों एक एक सूट वो लड़कियां नूं आपां ने जरूर देना जिन्हां लड़कियां दे 27 फरवरी नूं ब्याह होने ने। ते बाकी कल नूं सवेरे आपां समान अज मैं मंगा लिया, एक पेटी ते एक लवारी, ये लड़की नूं दिता जाना। कोई सरदा समान भाई, कोई सूट, कोई कंबल, कोई किस तरह की भी सेवा करनी चाहुंदे हो या दिने पहुँचा दिओ या सवेरे लिया के दिओ। फिर सारिया संगतां आपां इन्हां नूं समान दवांगे रल मिल के। सो आओ इन्ने क बेनतियां प्रवान करियो। देग दी सेवा सी शमशेर सिंह दी, इन्ना परिवार वालों आउणी सी, आई नहीं, पर आपां ने थोड़ी जी महाराज वास्ते भोग लवाण वास्ते भी नागा नहीं पाना महाराज वास्ते देग तैयार की आ। मिठा प्रसाद हाजिर होया परिवार वालों। आओ सब रल मिल के सलोक दे विच बोली अरदास हुक्मनामा साहिब। कड़ाह प्रसादियां देगां लैके मिठा प्रसाद लैके फिर आपो अपने कारो विहार करने आ। लोक सुखीए परलोक सहेले, नानक हर प्रभ आपे मिले। सलोक पवन गुरु पानी पिता, माता तरत महत, दिवस रात दो दाई दाया, खेलै सगल जगत, चंगियाइयां बुरियाइयां, बचे धर्म हदूर, करमी आपो अपनी, के नेड़े के दूर, जिनी नाम ते आया, गए मसकत काल, नानक ते मुखे उजले, केती छुट्टी नाल, जिनी नाम ते आया, गए मसकत काल, नानक ते मुखे उजले, केती छुट्टी नाल, जिनी नाम ते आया, गए मसकत काल, नानक ते मुखे उजले, केती छुट्टी नाल। वाहिगुरू जी का खालसा, वाहिगुरू जी की फतेह।